ਇੱਕ ਹੋਰ ਯੋਗਦਾਨ ਰਿਹਾ ਇਸ ਜਥੇ ਦਾ, ਬੱਬਰ ਅਕਾਲੀ ਜਥੇ ਦਾ। ਜਿਹੜਾ ਬੱਬਰ ਅਕਾਲੀ ਜਥਾ ਤਾਂ ਚਲੋ ਅਗਸਤ 1922 ਦੇ ਵਿੱਚ ਬਣਿਆ ਸੀਗਾ, ਕਿਸ਼ਨਪੁਰੇ ਪਿੰਡ ਦੇ ਵਿੱਚ। ਕਿਸ਼ਨਪੁਰੇ ਵਾਲੇ ਵੀ ਬੈਠੇ। ਉਸ ਤੋਂ ਪਹਿਲਾਂ ਚੱਕਰਵਰਤੀ ਜਥੇ ਸੀਗੇ। ਇੱਕ ਚੱਕਰਵਰਤੀ ਜਥਾ ਸੀਗਾ ਕਿਸ਼ਨ ਸਿੰਘ ਗੜਗੱਜ ਹੋਣਾ ਦਾ, ਜਿਹੜਾ ਜਲੰਧਰ ਅਤੇ ਕਪੂਰਥਲਾ ਰਿਆਸਤ ਸਰਗਰਮ ਸੀਗਾ। ਇੱਕ ਜਥਾ ਬੱਬਰ ਕਰਮ ਸਿੰਘ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਤੋਂ, ਕਿਸ਼ਨਪੁਰੇ ਤੋਂ ਆਸਾ ਸਿੰਘ ਤਥਾ ਸਾਧੜਿਆਂ ਤੋਂ ਬਾਬਾ ਦਲੀਪ ਸਿੰਘ, ਅਤੇ ਇਸੇ ਤਰ੍ਹਾਂ ਕੌਲਗੜ੍ਹ ਤੋਂ ਊਧਮ ਸਿੰਘ, ਬਾਵਾ ਸਿੰਘ ਅਤੇ 7ਵੇਂ ਹਰਨਾਮ ਸਿੰਘ, ਜਿਹੜੇ ਸਾਡੇ ਪਿੰਡ ਗੜੀ ਕਾਨੂੰਗੋ ਤੋਂ ਸੀਗੇ। ਇਹਨਾਂ 7 ਬੰਦਿਆਂ ਨੇ ਇੱਕ ਮੀਟਿੰਗ ਕਰਕੇ ਜਥਾ ਬਣਾਇਆ ਹੋਇਆ ਸੀਗਾ। ਅਤੇ ਇਹਨਾਂ ਜਥਿਆਂ ਦਾ ਇੱਕ ਹੋਰ ਵੱਡਾ ਯੋਗਦਾਨ ਰਿਹਾ, ਜਿਹੜਾ ਬਿਲਕੁਲ ਹੀ ਇਤਿਹਾਸ ਦੇ ਵਿੱਚੋਂ ਮਿਸ ਹੈ, ਕਿਸੇ ਵੀ ਤਰੀਕੇ ਉਹ ਸੁਣਾਇਆ ਹੀ ਨਹੀਂ ਜਾਂਦਾ ਹੈ। ਉਹ ਇਹ ਆ ਕਿ ਜਦੋਂ ਫਰਵਰੀ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਜਿਸ ਸਾਕੇ ਤੋਂ ਬਾਅਦ ਇਹ ਦੋਨੋਂ ਜਥੇ ਹੋਂਦ 'ਚ ਆਏ, ਉਸ ਸਾਕੇ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਦੁਆਬੇ ਦੇ ਦੋਨੋਂ ਅਕਾਲੀ ਜਥੇ ਸੀਗੇ ਜ਼ਿਲ੍ਹਿਆਂ ਦੇ, ਉਹਨਾਂ ਨੇ ਸ਼੍ਰੋਮਣੀ ਕਮੇਟੀ ਅਤੇ ਉਦੋਂ ਅਕਾਲੀ ਦਲ ਨੂੰ ਇੱਕ ਪੱਤਰ ਲਿਖਿਆ ਕਿ ਤਖਤ ਕੇਸਗੜ੍ਹ ਸਾਹਿਬ ਅਤੇ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਹੈਗੇ, ਇਹ ਵੀ ਜਿਹੜਾ ਇਹ ਪ੍ਰਬੰਧ ਹੈ ਇਹਨਾਂ ਦਾ ਸੋਢੀਆਂ ਤੋਂ, ਮਹੰਤਾਂ ਤੋਂ ਲਿਆ ਜਾਏ ਅਤੇ ਪੰਥਕ ਪ੍ਰਬੰਧ ਸਥਾਪਿਤ ਕੀਤਾ ਜਾਏ। ਉਦੋਂ ਇਹ ਦੱਸਿਆ ਜਾਂਦਾ ਵੀ ਕਿਉਂਕਿ ਸਾਕਾ ਹੋਇਆ ਸੀਗਾ ਨਨਕਾਣਾ ਸਾਹਿਬ ਦਾ, ਕਾਫੀ ਸ਼ਹਾਦਤਾਂ ਹੋਈਆਂ ਸੀਗੀਆਂ, ਅਤੇ ਉਹਦੇ ਮੱਦੇ ਨਜ਼ਰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਲਿਖ ਕੇ ਦਿੱਤਾ ਵੀ ਕਿਉਂਕਿ ਇਹ ਬਹੁਤ ਵੱਡਾ ਸਾਕਾ ਹੋਇਆ, ਇਸ ਹਾਦਸੇ ਕਰਕੇ ਅਜੇ ਅਸੀਂ ਜਿਹੜਾ ਅਨੰਦਪੁਰ ਸਾਹਿਬ ਦੇ ਸਾਰੇ ਗੁਰੂ ਧਾਮ ਹੈ, ਉਹਨਾਂ ਦੇ ਉੱਤੇ ਪੰਥਕ ਪ੍ਰਬੰਧ ਸਾਜਿਆ ਜਾਏ, ਸਿਰਜਿਆ ਜਾਏ, ਉਸ ਹਾਲਾਤ 'ਚ ਨਹੀਂ ਹਾਂ। ਕੁਛ ਵਕਤ ਸਮਾਂ ਠਹਿਰ ਕੇ ਆਪਾਂ ਇਹ ਕਾਰਜ ਕਰਾਂਗੇ। ਅਤੇ ਦੂਸਰਾ ਉਹਨਾਂ ਨੇ ਇਹ ਕਾਰਨ ਦਿੱਤਾ ਕਿਉਂਕਿ ਅਨੰਦਪੁਰ ਸਾਹਿਬ ਨੀਮ ਪਹਾੜੀ ਇਲਾਕਾ ਹੈ ਅਤੇ ਕਿਲ੍ਹੇ ਹਨ, ਵੀ ਇੱਥੇ ਨੁਕਸਾਨ ਜ਼ਿਆਦਾ ਹੋ ਸਕਦਾ। ਤਾਂ ਉਸ ਤੋਂ ਬਾਅਦ ਫਿਰ ਇਹ ਜਿੰਨੇ ਵੀ ਅਕਾਲੀ ਸੀਗੇ, ਜਿਹੜੇ ਅਕਾਲੀ ਲਹਿਰ ਵਾਲੇ ਸੀਗੇ, ਅਤੇ ਬੱਬਰ ਅਕਾਲੀ ਸੀਗੇ ਜਿਨ੍ਹਾਂ ਨੂੰ ਉਸ ਵੇਲੇ ਚੱਕਰਵਰਤੀ ਜਥੇ ਸੀਗੇ, ਇਹਨਾਂ ਦੀ ਇੱਕ ਮੀਟਿੰਗ ਜਿਆਣ ਬਾਬਾ ਹਰਨਾਮ ਸਿੰਘ ਜਿਹੜੇ ਹੋਏ ਜਾਣ ਵਾਲੇ, ਉਹਨਾਂ ਦੇ ਅਸਥਾਨ 'ਤੇ ਹੋਈ ਸੀ ਡੋਮ ਸਾਹਿਬ। ਅਤੇ ਉਸ ਤੋਂ ਬਾਅਦ ਮਤਾ ਇਹ ਪਕਾਇਆ ਵੀ ਹੁਣ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਕਹਿਣਾ ਹੈ ਵੀ ਆਪਾਂ ਦੁਆਬੇ ਦੇ ਹੀ ਜਿੰਨੇ ਸਿੰਘ ਹੈਗੇ ਆ, ਆਪਾਂ ਆਪਣੇ ਤਰੀਕੇ ਦੇ ਨਾਲ ਆਪਣੀ ਸਮਰੱਥਾ ਅਨੁਸਾਰ ਹੀ ਜਿਹੜੇ ਗੁਰਧਾਮ ਹੈ ਉਹ ਆਜ਼ਾਦ ਕਰਾਣੇ। ਤਾਂ ਫਿਰ ਉਹਨਾਂ ਨੇ 6 ਮਹੀਨੇ ਲਾਏ, ਦੁਆਬੇ ਦੇ ਵਿੱਚ ਪ੍ਰਚਾਰ ਕੀਤਾ ਇਸ ਪ੍ਰਥਾਏ। ਪ੍ਰਚਾਰ ਕਰਕੇ ਜਿੰਨੇ ਅੰਮ੍ਰਿਤਧਾਰੀ ਸਿੰਘ ਸੀਗੇ ਇਸ ਕਾਰਜ ਨੂੰ ਜਿਹੜੇ ਕਰਨ ਦੇ ਇੱਛੁਕ ਸੀਗੇ, ਜਾਂ ਜਿਹੜੇ ਹੋਰ ਇੱਛੁਕ ਸੀਗੇ, ਉਹਨਾਂ ਨੂੰ ਇਕੱਠੇ ਕਰਕੇ 6 ਮਹੀਨੇ ਬਾਅਦ ਇੱਕ ਅੰਮ੍ਰਿਤ ਸੰਚਾਰ ਦਾ ਸਮਾਗਮ ਕੀਤਾ। ਅਤੇ ਉਸ ਤੋਂ ਬਾਅਦ ਜਿਹੜਾ ਤਰੀਕਾਕਾਰ ਮਿਥਿਆ, ਉਹ ਦੂਜਿਆਂ ਵਾਂਗੂ ਮੋਰਚਾ ਲਾਉਣ ਦਾ ਨਹੀਂ ਮਿਥਿਆ, ਅਤੇ ਜੋ ਸਿੱਖਾਂ ਦਾ ਪੁਰਾਣਾ ਤਰੀਕਾ ਸੀਗਾ ਛਾਪਾਮਾਰ ਯੁੱਧ ਵਾਲਾ, ਉਹ ਤਰੀਕਾ ਅਪਣਾਇਆ। ਅਤੇ ਉਸ ਤਰੀਕੇ ਦੇ ਤਹਿਤ ਇਹ ਤੈਅ ਕੀਤਾ ਕਿ 200 ਸਿੰਘਾਂ ਦਾ ਜਥਾ ਜਾਊਗਾ ਅਨੰਦਪੁਰ ਸਾਹਿਬ। ਤੜਕੇ 3 ਵਜੇ ਜਦੋਂ ਕੇਸਗੜ੍ਹ ਸਾਹਿਬ ਪ੍ਰਕਾਸ਼ ਹੁੰਦਾ, ਉਸ ਵਕਤ ਉੱਥੇ 5, 4, 10 ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਮਹੰਤ ਹੁੰਦੇ, ਉਹ ਇੰਨੇ ਕੁ ਹੀ ਹੁੰਦੇ ਆ, ਵੀ ਉਸ ਵਕਤ ਆਪਾਂ ਜਿਹੜਾ ਪ੍ਰਬੰਧ ਹੈ ਉਹਨਾਂ ਤੋਂ ਲੈ ਲਵਾਂਗੇ। ਕਿਉਂਕਿ ਉਸ ਵਕਤ ਗੁਰਦੁਆਰਿਆਂ ਦੇ ਬਹੁਤ ਸਾਰਿਆਂ ਦੇ ਉੱਤੇ ਪੰਥਕ ਪ੍ਰਬੰਧ ਸਥਾਪਿਤ ਕੀਤਾ ਜਾ ਰਿਹਾ ਸੀਗਾ। ਇਸ ਕਰਕੇ ਜਿਹੜੇ ਮਹੰਤ ਸੀਗੇ ਜਾਂ ਅਨੰਦਪੁਰ ਸਾਹਿਬ ਵਾਲੇ ਜਿਹੜੇ ਸੋਢੀ ਸੀਗੇ, ਉਹ ਵੀ ਇਸ ਗੱਲ 'ਚ ਬੜੇ ਸਤਰਕ ਸੀਗੇ। ਉਹ ਵੀ ਜਦੋਂ ਕੋਈ 5-10 ਬੰਦਿਆਂ ਦਾ ਵੀ ਜਥਾ ਆਉਂਦਾ ਸੀਗਾ ਅਤੇ ਉਹ ਬੜੇ ਚੁਕੰਨੇ ਹੋ ਜਾਂਦੇ ਸੀਗੇ। ਇਸ ਕਰਕੇ ਇਹਦੀ ਤੈਅ ਇਹ ਕੀਤਾ ਕਿ ਇੱਕ ਸਿੰਘ ਜਾ ਕੇ ਉੱਥੇ ਇਕੱਲਾ ਜਾ ਕੇ ਦਰਿਆ ਪਾਰ ਕਰੇ, ਕਿਉਂਕਿ ਉਦੋਂ ਦਰਿਆ ਬੇੜੀਆਂ ਰਾਹੀਂ ਪਾਰ ਹੁੰਦੇ ਸੀਗੇ, ਵੀ ਇਕੱਠੇ ਨਾ ਜਾਇਆ ਜਾਏ। ਅਤੇ ਮਿੱਥੇ ਦਿਨ ਦੇ ਉੱਤੇ ਫਰਵਰੀ 1922 ਦੀ ਗੱਲ ਹੈ, ਇਹ 100 ਸਾਲ ਹੋ ਜਾਣਾ ਕੇਸਗੜ੍ਹ ਸਾਹਿਬ ਵੀ ਆਜ਼ਾਦ ਹੋਏ ਨੂੰ। ਤੋ ਵੀ ਇਸ ਦਿਨ ਆਪਾਂ ਸਾਰਿਆਂ ਨੇ ਫਲਾਨੀ ਜਗ੍ਹਾ ਅਨੰਦਪੁਰ ਸਾਹਿਬ ਇਕੱਠੇ ਹੋਣਾ। ਤੋ ਸਾਰੇ ਇਕੱਲੇ ਜਾਂ 2-2 ਕਰਕੇ ਚਲੇ ਗਏ, ਅਤੇ ਮਿੱਥੇ ਦਿਨ ਰਾਤ ਨੂੰ 12-1 ਵਜੇ ਇਕੱਤਰ ਹੋ ਗਏ। ਅਤੇ ਫਿਰ ਉਹ ਜਿੰਨੇ ਵੀ ਸਿੰਘ 200 ਦੇ ਵਿੱਚੋਂ ਇਕੱਤਰ ਹੋਏ, ਕੁਛ ਬੰਦੇ ਪਿੱਛੇ ਰਹਿ ਗਏ ਜਾਂ ਮਿਲਣ ਵਾਲੀ ਜਗ੍ਹਾ 'ਤੇ ਨਹੀਂ ਆਏ, 5-10 ਕੋਈ 1.25-200 ਸਿੰਘ ਉੱਥੇ ਇਕੱਤਰ ਹੋ ਗਿਆ ਸੀਗਾ।
ਤੇ ਉਹਨਾਂ ਪੌਣੇ 200 ਸਿੰਘਾਂ ਨੇ ਜੋ ਪੁਰਾਣਾ ਸਿੱਖਾਂ ਦਾ ਤਰੀਕਾਕਾਰ ਸੀਗਾ, ਤਾਂ ਜਿਸ ਤਰੀਕੇ ਦੇ ਨਾਲ ਇਹ ਜਥਿਆਂ ਦਾ ਸੀਗਾ ਕਿ ਜਿਹੜੀ ਗੱਲ ਦਲੀਲ ਨਾਲ ਹੋ ਜਾਏ ਉਹ ਵਧੀਆ, ਜਿਹੜੀ ਦਲੀਲ ਨਾਲ ਨਾ ਹੋਏ ਤੇ ਫਿਰ ਉਹ ਸ਼ਸਤਰ ਦੇ ਨਾਲ, ਤਲਵਾਰ ਦੇ ਨਾਲ। ਤਾਂ ਇਹਨਾਂ ਨੇ ਉਸ ਤਰੀਕੇ ਨਾਲ ਹੀ ਜਾ ਕੇ ਤੜਕੇ ਬਿਲਕੁਲ ਬਿਨਾਂ ਕਿਸੇ ਮੋਰਚਾ ਲਾਏ, ਬਿਨਾਂ ਕਿਸੇ ਵੱਡੀ ਸਮੱਸਿਆ ਤੋਂ ਬੜੇ ਆਰਾਮ ਨਾਲ 5 ਮਿੰਟ ਦੇ ਵਿੱਚ ਹੀ, ਉਹ 5-10 ਬੰਦਿਆਂ ਕੋਲ ਪ੍ਰਬੰਧ ਲੈਣਾ ਕਿਹੜੀ ਗੱਲ ਸੀਗੀ, ਉਹ ਲੈ ਲਿਆ। ਤੇ ਮੁੜ ਕੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀਗਾ ਕਿ ਅੱਧੇ ਸਿੰਘ ਕੇਸਗੜ੍ਹ ਸਾਹਿਬ ਦੀ ਰਾਖੀ ਨੂੰ ਪਹਿਰੇ ਤੇ ਡਟ ਜਾਣਗੇ ਤੇ ਬਾਕੀ ਅੱਧੇ ਸਿੰਘ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ 5-5 ਦੇ ਜਥੇ ਬਣਾ ਕੇ ਜਕਾਰੇ ਲਾਣਗੇ ਪਹੁ ਫੁੱਟਣ ਤੱਕ। ਤੇ ਬਾਕੀ ਸਾਰੇ ਸਿੰਘਾਂ ਨੇ ਇੱਦਾਂ ਹੀ ਕੀਤਾ, ਉਹ 5-5 ਦੇ ਜਥੇ ਲਾ ਕੇ ਅਨੰਦਪੁਰ ਸਾਹਿਬ ਤੋਂ ਉਦੋਂ ਤਾਂ ਛੋਟਾ ਜਿਹਾ ਹੀ ਸੀਗਾ, ਤੇ ਉਹਦੀਆਂ ਗਲੀਆਂ ਦੇ ਵਿੱਚ ਉਹਨੇ ਜਾ ਕੇ ਜਦੋਂ ਜਕਾਰੇ ਲਾਏ ਲਗਾਤਾਰ, ਤੇ ਜਿਹੜੇ ਮਹੰਤ ਸੀਗੇ ਉਹ ਬਹੁਤ ਘਬਰਾ ਗਏ, ਸੋਢੀ ਵੀ ਬਹੁਤ ਘਬਰਾ ਗਿਆ। ਉਹਨਾਂ ਨੂੰ ਲੱਗਿਆ ਪਤਾ ਨਹੀਂ ਕਿੰਨਾ ਸੌ ਖਾਲਸਾ ਆ ਗਿਆ। ਉਹ ਸਾਰੇ ਹੀ ਕੇਸਗੜ੍ਹ ਸਾਹਿਬ ਇਕੱਤਰ ਹੋਣ ਦੀ ਬਜਾਏ ਸਾਰੇ ਡਰਦੇ ਬੰਦਿਆਂ ਨੇ ਆਪੋ ਆਪਣੀ ਜਾਨ ਬਚਾਉਣ ਦੀ ਕੀਤੀ, ਸਭ ਆਪੋ ਆਪਣਾ ਸਮਾਨ ਚੱਕ ਕੇ ਦੌੜ ਗਏ, ਉੱਥੋਂ ਕੀਰਤਪੁਰ ਸਾਹਿਬ ਚਲੇ ਗਏ। ਤੇ ਚਲੋ ਕੀਰਤਪੁਰ ਸਾਹਿਬ ਚਲੇ ਗਏ ਤੇ ਅਗਲੇ ਦਿਨ ਹੀ, ਦਿਨ ਚੜ੍ਹਦੇ ਨੂੰ ਸਾਰੇ ਪੰਥ 'ਚ ਖਬਰ ਹੋ ਗਈ ਵੀ ਤਖਤ ਕੇਸਗੜ੍ਹ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਪੰਥ ਕੋਲ ਆ ਗਿਆ। ਤੇ ਉੱਥੇ ਫਿਰ ਸਾਰੇ ਸੰਗਤਾਂ ਨੇ ਵਹੀਰ ਕੱਤਣੀ ਸ਼ੁਰੂ ਕੀਤੀ ਤੇ ਬੜੀ ਇਕੱਤਰਤਾ ਹੋ ਗਈ। ਅਗਲੇ ਦਿਨ ਜਿਹੜੇ ਸੋਢੀ ਸੀਗੇ ਜ਼ਮੀਨ, ਕਿਉਂਕਿ ਸੋਢੀਆਂ ਕੋਲ ਸੀਗੀ ਬਹੁਤੀ, ਤੇ ਸੋਢੀਆਂ ਦੇ ਵਿੱਚੋਂ ਇੱਕ ਸਰਦਾਰ ਆਇਆ, ਉਹਨੇ ਕਿਹਾ ਕਿ ਜੀ ਮੇਰੀ ਵਫਾਦਾਰੀ ਤਾਂ ਪੰਥ ਦੇ ਨਾਲ ਹੈ, ਕਿ ਮੈਂ ਤਾਂ ਪੰਥ ਦਾ ਸੇਵਕ ਹੈ, ਹੁਣ ਮੇਰੀ ਮਹਾਨਤਾ ਨਾਲ ਕੋਈ ਲਾਗਾ ਨਹੀਂ ਹੈ, ਦੇਗਾ ਨਹੀਂ ਹੈ। ਉਹਨੂੰ ਇਹ ਸੀਗਾ ਕਿ ਮੈਂ ਪੰਥ ਨਾਲ ਵਫਾਦਾਰੀ ਕਰਾਂ ਤਾਂ ਘੱਟੋ ਘੱਟ ਮੇਰੀ ਜ਼ਮੀਨ ਬਚੀ ਰਹਿ ਜਾਏ। ਤੋ ਬਾਬਾ ਹਰਨਾਮ ਸਿੰਘ ਉਹਨਾਂ ਨੇ ਕਿਹਾ ਕਿ ਇੱਦਾਂ ਨਹੀਂ ਤੇਰੀ ਵਫਾਦਾਰੀ ਮੰਨੀ ਜਾਣੀ, ਪਰਖ ਹੋਣੀ। ਤੇ ਪਰਖ ਤੇਰੀ ਇਹ ਆ ਵੀ ਕੀਰਤਪੁਰ ਸਾਹਿਬ ਵਾਲਾ ਜਿਹੜਾ ਮੁੱਖ ਮਹੰਤ ਹੈ ਉਹ ਤੇਰਾ ਮਿੱਤਰ ਹੈ, ਤੇ ਤੂੰ ਸੋਦਰ ਤੋਂ ਬਾਅਦ ਸਾਉਣ ਵੇਲੇ ਉਹਨੂੰ ਮਿਲਣ ਜਾਣਾ, ਤੇ ਉਹਦੇ ਚਵਾਰੇ ਦੀ ਕੁੰਡੀ ਖੁੱਲੀ ਛੱਡ ਕੇ ਆਣੀ। ਫਿਰ ਜੇ ਤੂੰ ਇਹ ਕੰਮ ਕਰਕੇ ਆਇਆ ਤੇ ਫਿਰ ਅਸੀਂ ਮੰਨਾਂਗੇ ਵੀ ਤੇਰੀ ਵਫਾਦਾਰੀ ਪੰਥ ਨਾਲ ਹੈ। ਤੇ ਉਸਨੇ ਅਗਲੇ ਦਿਨ ਇੱਦਾਂ ਕੀਤੀ, ਉਹ ਗਿਆ, ਉਹਨੇ ਜਾ ਕੇ ਉੱਥੇ ਕੁੰਡੀ ਖੁੱਲੀ ਛੱਡ ਆਇਆ ਉਹ, ਕਿਉਂਕਿ ਉਹਦਾ ਪਤਾ ਸੀਗਾ ਕਿ ਹੁਣ ਸਿੰਘ ਕੀਰਤਪੁਰ ਸਾਹਿਬ ਦਾ ਵੀ ਕਬਜ਼ਾ ਲੈਣਗੇ, ਤੇ ਜਿਸ ਤਰੀਕੇ ਨਾਲ ਲੈਣਗੇ ਇਹ ਫੌਜੀ ਕਾਰਵਾਈ ਕਰਨਗੇ। ਤੇ ਇਸ ਕਰਕੇ ਉੱਥੇ ਸਰਕਾਰ ਦੀ ਵੀ ਸਾਰੀ ਡਿਪਲੋਇਮੈਂਟ ਸੀਗੀ, ਉਹਨਾਂ ਨੇ ਵੀ ਆਪਦੇ ਬੰਦੇ ਸੱਦ ਸੁੱਦ ਲਏ। ਤੋਂ ਬਾਹਰ ਬੜਾ ਪਹਿਰਾ ਸੀਗਾ, ਤੇ ਉੱਧਰ ਸਿੰਘਾਂ ਨੇ ਇੱਕ ਵੱਡੀ ਪੌੜੀ ਜਿਹੜੀ ਚਵਾਰੇ ਤੱਕ ਜਾ ਸਕੇ ਉਹਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀਗਾ। 10 ਸਿੰਘ ਜਿਹੜੇ ਬਿਲਕੁਲ ਤਿਆਰ ਬਰ ਤਿਆਰ ਰਹਿਣ, ਕਮਾਂਡੋ ਵਰਗੇ ਸੀਗੇ, ਉਹ ਤਿਆਰ ਕੀਤੇ ਹੋਏ ਸੀਗੇ। ਤੇ ਉਹਨਾਂ ਨੇ ਰਾਤ ਨੂੰ ਜਦੋਂ ਸਾਰੇ ਟਿਕ ਗਏ, ਅੱਧੀ ਰਾਤ ਨੂੰ ਉਹਨਾਂ ਨੇ ਉਹ ਜਿਹੜਾ ਮਹੰਤ ਸੀਗਾ ਉਹ ਪਿਛਲੀ ਤਾਕੀ 'ਚੋਂ ਪੌੜੀ ਲਾ ਕੇ ਅਗਵਾ ਕਰ ਲਿਆਂਦਾ, ਚੱਕ ਲਿਆਂਦਾ। ਤੋ ਸਵੇਰੇ ਤੜਕੇ ਪਤਾ ਲੱਗਾ ਉਹਨਾਂ ਨੂੰ ਵੀ ਤਾਂ ਹੈ ਨਹੀਂ ਮਹੰਤ ਤਾਂ ਉੱਥੇ। ਤੋ ਸਵੇਰ ਦੇ ਦੀਵਾਨ ਤੋਂ ਬਾਅਦ ਫਿਰ ਖਾਲਸਾ ਪੰਥ ਨੇ ਕੇਸਗੜ੍ਹ ਸਾਹਿਬ ਤੋਂ ਹੀ ਇੱਕ ਸੁਨੇਹਾ ਭੇਜਿਆ ਉਹਨਾਂ ਨੂੰ ਵੀ ਤੁਹਾਡਾ ਮਹੰਤ ਸਾਡੇ ਕੋਲ ਹੈ, ਤੁਸੀਂ ਚਾਬੀਆਂ ਭੇਜੋਗੇ ਕੀਰਤਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੀਆਂ ਕਿ ਅਸੀਂ ਇਹਦਾ ਸਿਰ ਭੇਜੀਏ। ਤੋ ਫਿਰ ਚਾਬੀਆਂ ਹੀ ਆਉਣੀਆਂ ਸੀਗੀਆਂ, ਤੇ ਚਾਬੀਆਂ ਆਈਆਂ।